सुन रहे रेडियो इंडिया AM 1110 प्रोग्राम लोक अदालत लैके अमरजीत चीमा तुहाडी अदालत विच पेश। साडा संपर्क बन चुका है जी भारतीय जनता पार्टी के नौजवान लीडर रंजीत पवार होरां नाल। पवार साहब, रेडियो इंडिया ते तुहाडा भरपूर स्वागत। सत श्री अकाल। सत श्री अकाल चीमा साहब। पहला तो मैं आप जी के चैनल का बहुत बहुत धन्नवाद करदा कि आप जी ने मैनू अपने चैनल तो बोलने का मौका दिता जी। बहुत बहुत धन्नवाद चीमा साहब। पवार साहब, जलंधर दे विच पवार साहब जलंधर दे विच इलैक्शन पूरे जोर शोर नाल दा प्रचार हो रहा है। मैं देख रहा बहुत सारे उम्मीदवारों ने अपनियां नामजदगियां दाखिल करा दित्तियां ने, ढोल धमाकिਆਂ नाल गए ने। बहुत सारे मंत्री संतरी पुराने संतरी मंत्री सारे इत्थे पहुंचे हुए सी। पर चलो शुरुआत ही करदे हां। तुसीं भारतीय जनता पार्टी दे विच आए, हुण भारतीय जनता पार्टी दे जिला प्रधान हो और इसे हल्के दे विच इलैक्शन हो रही है। तुसीं भारतीय जनता पार्टी कदों ज्वाइन कीती, कदों इस फील्ड विच आए? चीमा साहब, मैं भारतीय जनता पार्टी नू बड़े लंबे समय तो पसंद करदा, पर जिहड़ी ज्वाइनिंग दी गल आ वो मैं तकरीबन 2 साल होए अजे जी मैनू भारतीय जनता पार्टी ज्वाइन कीते नू। ते उस तो पहले मैं अंबेडकर फोर्स पंजाब दा पंजाब प्रधान रहा जी। ते मेरा मन सी कि जेकर कोई समाज दा, कोई देश दा कोई भला करना तां सानू NGO तो थोड़ा उपर उठ के किसी ना किसी राजनीतिक पार्टी दे विच हिस्सा लेना पएगा, तां ही असीं जिहड़ा आ अपना समाज दा जां अपने एरिए दा जिहड़ा सुधार कर सकदे। ते ओहदे लई फिर मैनू सब तो वड्डी जिहड़ी नीति आ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜੀ, ਉਹਨਾਂ ਤੋਂ ਵੱਡੀ ਸੋਚ, ਉਹਨਾਂ ਤੋਂ ਵੱਡਾ ਕੋਈ ਮੈਨੂੰ ਚਿਹਰਾ ਨਹੀਂ ਦਿਸਿਆ ਕਿ ਮੇਰਾ ਕਿਸੇ ਵੱਲ ਧਿਆਨ ਜਾਵੇ। ਇਸ ਕਰਕੇ ਦੇਖੋ ਉਦੋਂ ਕਿਸਾਨੀ ਅੰਦੋਲਨ ਸੀ, ਪੂਰੀ ਅੱਗ ਵਰਦੀ ਸੀ, ਪਰ ਮੈਂ ਇਹ ਮਹਿਸੂਸ ਕੀਤਾ ਕਿ ਜੇਕਰ ਕਹਿੰਦੇ ਹੁੰਦੇ ਬਈ ਔਖੇ ਸਮੇਂ ਆਪਾਂ ਕਿਸੇ ਦੇ ਨਾਲ ਖੜਦੇ ਆ ਤਾਂ ਉਹ ਹਮੇਸ਼ਾ ਮਤਲਬ ਇੱਕ ਸਚਾਈ ਵੀ ਰਹਿੰਦੀ ਔਰ ਯਾਦ ਰਹਿੰਦਾ। ਔਰ ਕਿਸਾਨੀ ਅੰਦੋਲਨ ਦੇ ਵਿੱਚ ਜੀ ਮੈਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ। ਮੇਰੇ ਜਿਹੜੇ ਕਿਸਾਨ ਭਰਾ ਆ ਉਹਨਾਂ ਨੇ ਮੇਰੇ ਜਿੱਥੋਂ ਮੈਂ ਜੁਆਇਨ ਕਰਨਾ ਸੀ ਜਿਸ ਹੋਟਲ ਦੇ ਵਿੱਚ, ਉਹਨਾਂ ਨੇ ਹੋਟਲ ਨੂੰ ਫਿਰ ਘੇਰਾ ਵੀ ਪਾ ਲਿਆ, ਮੈਨੂੰ ਉੱਥੇ ਜੁਆਇਨ ਨਹੀਂ ਕਰਨ ਦਿੱਤਾ। ਫਿਰ ਮੈਂ ਉਸ ਤੋਂ ਬਾਅਦ ਚ ਚਲੋ ਮੈਂ ਥੋੜਾ ਪ੍ਰੋਗਰਾਮ ਨੂੰ ਲੇਟ ਕਰਕੇ, ਪ੍ਰੋਗਰਾਮ ਦੁਪਹਿਰ ਦਾ ਸੀ, ਫਿਰ ਸ਼ਾਮ ਤੱਕ ਫਿਰ ਮੈਂ ਜਲੰਧਰ ਜੁਆਇਨ ਕਰ ਲਿਆ। ਫਿਰ ਮੇਰੇ ਘਰ ਦੇ ਵੀ ਉਹਨਾਂ ਨੇ ਧਰਨਾ ਮਾਰਿਆ ਕਿਸਾਨ ਭਰਾਵਾਂ ਨੇ, ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਦੇਖੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੁਹਾਡੇ ਹੱਕ ਲਈ, ਤੁਹਾਨੂੰ ਖੁਸ਼ਹਾਲ ਦੇਖਣ ਦੇ ਲਈ ਬਹੁਤ ਮਿਹਨਤ ਕਰਦੇ ਆ, ਵੀ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਆਪਾਂ ਬੈਠ ਕੇ ਗੱਲ ਕਰ ਲੈਂਦੇ ਆ। ਚਲੋ ਜਦੋਂ ਉਹਨਾਂ ਦਾ ਜਿਹੜਾ ਰੋਸ ਸੀ ਉਹ ਖਤਮ ਹੋ ਗਿਆ। ਅੱਜ ਬਹੁਤ ਵਧੀਆ, ਸਾਰਿਆਂ ਨਾਲ ਬੜਾ ਪਿਆਰ ਆ ਜੀ। ਇੱਕ ਸਵਾਲ ਨਾਲ ਹੀ, ਜੇਕਰ ਸੱਜਣ ਕੁਮਾਰ ਜਾਟ ਜਾਂ ਉਸ ਵਕਤ ਦੇ ਜਿਹੜੇ ਕਈ ਉਸ ਇਲਾਕੇ ਦੇ ਜਾਟ ਘੋੜੂ ਸਮਾਜ ਵੀ ਕਹਿੰਦੇ ਉਹਨਾਂ ਨੂੰ, ਦੂਜੀ ਸ਼ਾਰਟ ਵਰਡ ਤੇ ਦਿੱਲੀ ਦੇ ਆਲੇ ਦੁਆਲੇ ਪਿੰਡਾਂ ਦੇ ਜਿਨ੍ਹਾਂ ਨੇ 84 ਚ ਸਿੱਖਾਂ ਦਾ ਕਤਲੇਆਮ ਕੀਤਾ, ਜੇਕਰ ਉਹ ਉਹਨਾਂ ਵਕਤ ਵਿੱਚ ਆ ਕੇ ਕਿਸਾਨ ਅੰਦੋਲਨ ਦੀ ਸਪੋਰਟ ਕਰ ਦਿੰਦੇ ਤੇ ਸਾਡੇ ਇਹਨਾਂ ਤੁਹਾਡੇ ਆਲੇ ਦੁਆਲੇ ਦੇ ਕਿਸਾਨ ਭਰਾਵਾਂ ਨੇ ਵੀ ਉਹਨਾਂ ਦੀ ਸਪੋਰਟ ਕਰ ਦੇਣੀ ਸੀ। ਕੀ ਇਹਨਾਂ ਨੂੰ ਪਤਾ ਨਹੀਂ ਚੱਲ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ 1984 ਦੇ ਵਿੱਚ ਉਹਨਾਂ ਦੰਗਈਆਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਂ ਸਜ਼ਾ ਦਵਾਈ ਵੀ, ਅਸੀਂ ਉਹਨਾਂ ਦੀ ਸਪੋਰਟ ਕਰੀਏ? ਦੇਖੋ, ਮੈਂ ਤਾਂ ਇੱਕ ਜਾਣਦਾ ਜੀ ਕਿ ਹਰ ਇੱਕ ਦੇਸ਼ ਦਾ ਇੱਕ ਸੰਵਿਧਾਨ ਆ, ਸੰਵਿਧਾਨ ਦੇ ਮੁਤਾਬਕ ਦੇਸ਼ ਚੱਲਦਾ। ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਮਿਲਦੀ ਆ। ਤੇ ਮੇਰੇ ਖਿਆਲ ਦੇ ਨਾਲ ਜਦੋਂ ਕੋਈ ਸੰਵਿਧਾਨਕ ਤੌਰ ਤੇ ਗੱਲ ਹੁੰਦੀ ਆ ਤਾਂ ਕਿਸੇ ਵੀ ਮਤਲਬ ਉਹਨੂੰ ਉਹਦੇ ਵਿੱਚ ਕਿਸੇ ਕਾਸਟ ਨੂੰ ਨਹੀਂ ਲਿਆਉਣਾ ਚਾਹੀਦਾ, ਕਿਸੇ ਵੀ ਧਰਮ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ, ਕਿਉਂਕਿ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹ ਬਹੁਤ ਮਤਲਬ ਬਾਕੀ ਦੇਸ਼ਾਂ ਦੇ ਨਾਲੋਂ ਆਪਾਂ ਮੰਨਦੇ ਹਾਂ ਕਿ ਬੜਾ ਪਾਵਰਫੁਲ ਹੈ। ਤੇ ਮੇਰੇ ਖਿਆਲ ਨਾਲ ਉਹਨੂੰ ਸੰਵਿਧਾਨਕ ਤੌਰ ਤੇ ਸੰਵਿਧਾਨ ਦੇ ਮੁਤਾਬਕ ਹੀ ਰਹਿਣਾ ਚਾਹੀਦਾ। ਤੇ ਜਿਹੜੀ ਤੁਸੀਂ ਗੱਲ ਕਰਦੇ ਹੋ, ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜੀ। ਹੁਣ ਚਲੋ ਫਿਰ ਆਉਂਦੇ ਹਾਂ ਪੰਜਾਬ ਦੇ ਵਿੱਚ। ਤੁਸੀਂ ਰੂਰਲ ਏਰੀਆ ਨੂੰ ਦੇਖਣਾ ਹੈ। ਇਸ ਕੰਸਟੀਚੁਐਂਸੀ ਜਿਹੜੀ ਹੈ ਵਿਧਾਨ ਲੋਕ ਸਭਾ ਦੀ ਕੰਸਟੀਚੁਐਂਸੀ, ਇਹਦੇ 'ਚ 9 ਪਾਰਟ ਨੇ ਜਿਹੜੇ ਵਿਧਾਨ ਸਭਾ ਦੇ ਪਾਰਟ ਨੇ। ਉਹਨਾਂ ਦੇ ਵਿੱਚੋਂ 4 ਜਿਹੜੇ ਨੇ ਸ਼ਹਿਰੀ ਖੇਤਰ ਨੇ, ਜਿਨ੍ਹਾਂ 'ਚੋਂ 4 ਨੂੰ ਮੈਂ 3.5 ਖੇਤਰ ਹੀ ਕਹੂੰਗਾ, 4 ਨਹੀਂ ਕਹਾਂਗਾ, 3.5 ਕਹਾਂਗਾ। ਜਲੰਧਰ ਛਾਉਣੀ ਦੇ 'ਚ ਪਿੰਡ ਵੀ ਪਾਏ ਹੋਏ ਨੇ, ਬਾਕੀਆਂ 'ਚ ਹੀ ਪੈਣਗੇ ਸ਼ਾਇਦ, ਜਲੰਧਰ ਵੈਸਟ ਵਿੱਚ ਹੀ ਹੋਣਗੇ। ਬਾਕੀ ਜਿਹੜੇ 5 ਹਲਕੇ ਨੇ ਜਿਨ੍ਹਾਂ 'ਚੋਂ ਕਰਤਾਰਪੁਰ, ਆਦਮਪੁਰ, ਉਸ ਤੋਂ ਬਾਅਦ ਫਿਲੌਰ,
ਨਕੋਦਰ ਤੇ ਸ਼ਾਹਕੋਟ ਮਲਸੀਆਂ ਵਾਲਾ ਜਿਹੜਾ ਇਲਾਕਾ ਹੈ, ਇਹ ਇਲਾਕੇ ਪੇਂਡੂ ਹਲਕੇ ਨੇ। ਇਹਨਾਂ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੀ ਪੈਰ ਲੱਗ ਚੁੱਕੇ ਹਨ? ਦੇਖੋ ਚੀਮਾ ਸਾਹਿਬ, ਜਿਹੜੀ ਕੇਡਰਾਈਜ਼ ਪਾਰਟੀ ਆ ਅੱਜ ਦੀ ਡੇਟ ਦੇ ਵਿੱਚ, ਉਹ ਸਿਰਫ ਭਾਰਤੀ ਜਨਤਾ ਪਾਰਟੀ ਹੈ। ਬਾਕੀ ਜੇ ਆਪਾਂ ਕਾਂਗਰਸ ਦੀ ਅੱਜ ਦੀ ਡੇਟ 'ਚ ਗੱਲ ਕਰੀਏ, ਜਾਂ ਅਕਾਲੀ ਦਲ ਦੀ ਗੱਲ ਕਰੀਏ, ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਹ ਆਪਣੇ ਸਵਾਰਥ ਲਈ ਲੋਕ ਜੁੜੇ ਹੋਏ, ਇਹਨਾਂ ਨੂੰ ਦੇਸ਼ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਔਰ ਜੇ ਮੈਂ ਕੇਡਰ ਦੀ ਗੱਲ ਕਰਾਂ ਤਾਂ ਕੇਡਰ ਇਸ ਟਾਈਮ ਸਿਰਫ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਔਰ ਜੇ ਤੁਸੀਂ ਸ਼ਾਹਕੋਟ ਦੀ ਗੱਲ ਕਰਦੇ ਹੋ, ਸ਼ਾਹਕੋਟ ਵਿਧਾਨ ਸਭਾ ਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸਾਡੇ ਮਨਪ੍ਰੀਤ ਬਾਦਲ ਜੀ, ਦੇਖੋ ਬਾਦਲ ਸਾਹਿਬ ਇੱਕ ਵੱਡਾ ਚਿਹਰਾ ਰਹੇ, ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਔਰ ਇੱਕ ਮੰਡਲ 'ਚ ਜਾ ਕੇ, ਇੱਕ ਬੂਥ 'ਚ ਜਾ ਕੇ ਉਹ ਕੰਮ ਕਰ ਰਹੇ ਨੇ। ਮੈਂ ਹੁਣ ਇੱਕੋ ਹੀ ਵਾਰੀ ਸਾਰੀਆਂ ਗੱਲਾਂ ਨਿਬੇੜ ਦੇਵਾਂਗਾ ਜੀ। ਆਪਾਂ ਫਲੋਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਦੇਖੋ ਸਾਡੇ ਅਸ਼ਵਨੀ ਸ਼ਰਮਾ, ਬਹੁਤ ਹੀ ਸਤਿਕਾਰਯੋਗ ਸਾਡੇ ਸੂਬਾ ਪ੍ਰਧਾਨ, ਜਿਹੜੇ ਕਿ ਪਠਾਨਕੋਟ ਤੋਂ MLA ਵੀ ਨੇ ਔਰ ਸੂਬੇ ਦੇ ਪ੍ਰਧਾਨ ਨੇ, ਉਹ ਇੱਕ ਗੁਰਾਇਆ ਮੰਡਲ ਨੂੰ ਦੇਖ ਰਹੇ ਆ ਜੀ। ਤੁਸੀਂ ਦੇਖੋ, ਕਦੀ ਸੁਣਿਆ ਇਦਾਂ ਕਿ ਪੰਜਾਬ ਦਾ ਪ੍ਰਧਾਨ ਹੋਵੇ ਕਿਸੇ ਪਾਰਟੀ ਦਾ ਔਰ ਮੰਡਲ 'ਚ ਔਰ ਬੂਥ 'ਚ ਜਾ ਕੇ ਕੰਮ ਕਰੇ ਜੀ? ਇਹ ਸਿਰਫ ਇੱਕ ਸੰਗਠਨ ਦੀ ਤਾਕਤ ਹੈ ਜੀ। ਤੇ ਅਪਰਾ ਦੇ ਵਿੱਚ ਜਤਿੰਦਰ ਮਿੱਤਲ ਜੀ ਆ, ਉਹਨਾਂ ਤੋਂ ਵੀ ਤੁਸੀਂ ਵਾਕਫ ਹੋਵੋਗੇ, ਪਾਰਟੀ ਦੇ ਬੜੇ ਚੰਗੇ ਵੱਡੇ ਚਿਹਰੇ ਨੇ। ਦੋਸਾਂਝ ਕਲਾਂ ਦੇ ਵਿੱਚ ਤੁਸੀਂ ਦੇਖੋ, ਦੋਸਾਂਝ ਕਲਾਂ ਇੱਕ ਮੰਡਲ ਹੈ ਜੀ ਵਿਧਾਨ ਸਭਾ ਫਿਲੌਰ ਦਾ। ਸਾਡੇ ਉੱਥੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਆਣ ਕੇ ਥੱਲੇ ਜਾ ਕੇ ਬੂਥ ਤੱਕ ਕੰਮ ਕਰ ਰਹੇ ਆ ਕਿ ਸਾਡਾ ਜਿਹੜਾ ਸੰਗਠਨ ਮਜ਼ਬੂਤ ਹੋਵੇ, ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸੋਚ ਹੈ ਉਹ ਘਰ ਘਰ ਤੱਕ ਪਹੁੰਚਾਈ ਜਾਵੇ। ਔਰ ਸਾਡੇ ਮਹਾਮੰਤਰੀ ਜੀਵਨ ਗੁਪਤਾ ਜੀ, ਉਹ ਫਲੋਰ ਦੇ ਵਿੱਚ ਨੇ ਜੀ, ਮੰਡਲ ਦੇਖ ਰਹੇ। ਦੇਖੋ, ਇੱਕ ਵੱਡੇ ਕੱਦ ਦੇ ਲੋਕ ਜਿਹੜੇ ਉਹ ਬੂਥਾਂ ਤੱਕ ਕੰਮ ਕਰ ਰਹੇ ਆ ਜੀ। ਅਸੀਂ ਮਤਲਬ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ, ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ। ਇੱਕ ਮੈਂ ਚੀਮਾ ਸਾਹਿਬ ਤੁਹਾਨੂੰ ਵੱਡੀ ਜਿਹੜੀ ਗੱਲ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਸੀਂ ਇੱਕ ਵਿਧਾਨ ਸਭਾ ਆਦਮਪੁਰ ਵੀ ਮੇਰੇ ਕੋਲ ਆ ਜੀ, ਉੱਥੇ ਜੰਤਪੁਰ, ਉਹਦੇ ਵਿੱਚ ਜੀ ਇੱਕ ਉੱਥੇ ਮੀਟਿੰਗ ਰੱਖੀ ਤੇ ਮੈਂ ਤੇ ਮੇਰੇ ਜਿਹੜੇ ਸਾਡੇ ਮਹਾਮੰਤਰੀ ਸ਼੍ਰੀ ਰਾਜੇਸ਼ ਬਾਘਾ ਜੀ, ਅਸੀਂ ਦੋਨੋਂ ਹੀ ਉੱਥੇ ਗਏ। ਬਾਕੀ ਉੱਥੋਂ ਦੇ ਲੋਕ ਸੀ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 150 ਬੰਦਾ ਉੱਥੇ ਦਾ ਸੀ, ਉੱਥੋਂ ਦੇ ਜਿਹੜੀ ਲੋਕਲ ਲੀਡਰਸ਼ਿਪ ਵੀ ਸੀ। ਜਦੋਂ ਮੈਂ ਦੇਖਿਆ ਤਾਂ ਉਹ ਗੁਰਦੁਆਰੇ ਵੱਲ ਨੂੰ ਸਾਨੂੰ ਗੱਡੀਆਂ ਦਾ ਇਸ਼ਾਰਾ ਹੋਇਆ ਕਿ ਇੱਧਰ ਆ ਜਾਓ। ਅੱਛਾ, ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਵੜੇ ਤਾਂ ਮੈਂ ਸੋਚਿਆ ਚੀਮਾ ਸਾਹਿਬ ਕਿ ਇੱਥੇ ਸ਼ਾਇਦ ਇਹਨਾਂ ਨੇ ਪਹਿਲਾਂ ਸਾਨੂੰ ਮਤਲਬ ਮੱਥਾ ਟਿਕਵਾਉਣਾ ਹੋਣਾ ਜਾਂ ਕੁਝ ਵੀ, ਕੋਈ ਮਹਾਪੁਰਖ ਦਰਬਾਰ ਤੇ ਆਏ ਅਸੀਂ। ਤੇ ਜਦੋਂ ਮੈਂ ਮੱਥਾ ਟੇਕਿਆ ਤਾਂ ਮੈਨੂੰ ਜਿਹੜੇ ਉੱਥੋਂ ਦੇ ਸਾਡੇ ਲੋਕਲ ਲੀਡਰਸ਼ਿਪ ਆ, ਮੈਨੂੰ ਉਹਨਾਂ ਨੇ ਕਿਹਾ ਮੀਟਿੰਗ ਵੀ ਇੱਥੇ ਹੀ ਹੈ। ਔਰ ਮੈਂ ਬੜਾ ਹੈਰਾਨ ਹੋਇਆ, ਮਾਈਕ ਲੱਗਾ ਹੋਇਆ ਸੀ। ਔਰ ਜੰਤਪੁਰਾ ਤੁਸੀਂ ਨੋਟ ਕਰੋ, ਪਿੰਡ ਆਦਮਪੁਰ ਦੇ ਵਿੱਚ, ਔਰ ਉੱਥੇ ਗੁਰਦੁਆਰਾ ਸਾਹਿਬ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਸਾਡੀ ਮੀਟਿੰਗ ਹੋਈ ਔਰ ਮਾਈਕ ਲੱਗਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਸੀ। ਮੈਨੂੰ ਜਦੋਂ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਜੀ ਗੁਰਦੁਆਰਾ ਸਾਹਿਬ ਮੈਂ ਮਾਈਕ 'ਚ ਨਹੀਂ ਬੋਲਾਂਗਾ, ਮੈਂ ਦੂਜੀਆਂ, ਕਿਉਂਕਿ ਰਾਜਨੀਤਿਕ ਤੌਰ ਤੇ ਮੈਂ ਦੂਜੀਆਂ ਪਾਰਟੀਆਂ ਦਾ ਮੇਰੇ ਤੋਂ ਵਿਰੋਧ ਵੀ ਹੋ ਸਕਦਾ। ਉਹ ਕਹਿੰਦੇ ਜੀ ਤੁਸੀਂ ਮਾਈਕ ਤੋਂ ਬੋਲੋ। ਅਸੀਂ ਮਾਈਕ ਤੋਂ ਬੋਲੇ ਔਰ ਜਿਹੜੀ ਉੱਥੋਂ ਦੀ ਕਮੇਟੀ ਹੈ ਚੀਮਾ ਸਾਹਿਬ, ਉਹਨਾਂ ਨੇ ਮਾਈਕ ਤੋਂ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ, ਹੁਣ ਅਸੀਂ ਪੂਰਾ ਪਿੰਡ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ। ਤੁਸੀਂ ਇਹ ਨੈਰੇਟਿਵ ਜਿਹੜਾ ਹੁਣੇ ਦੱਸਿਆ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ, ਇਸ ਵਾਰ ਜਲੰਧਰ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟਿੰਗ ਕਰਾਂਗੇ, ਪਿੰਡਾਂ ਦੇ ਵਿੱਚ ਤੁਸੀਂ ਇਹ ਲਹਿਰ ਚਲਾ ਰਹੇ ਹੋ। ਬਹੁਤ ਸਾਰੇ ਪਿੰਡਾਂ ਦੇ ਲੋਕ NRIs ਨੇ, ਵਿਦੇਸ਼ਾਂ ਦੇ ਵਿੱਚ ਸੈਟਲ ਨੇ, ਉਹਨਾਂ ਦਾ ਪ੍ਰਭਾਵ ਬੜਾ ਹੁੰਦਾ ਹੈ। ਉਹ ਪਿੱਛੇ ਫੋਨ ਕਰਦੇ ਨੇ, ਉਹਨਾਂ ਦੀ ਗੱਲ ਕੁਝ ਮੰਨੀ ਵੀ ਜਾਂਦੀ ਹੈ। ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ 92 ਵਿਧਾਇਕ ਬਣੇ ਨੇ, ਇਹਨਾਂ ਨੂੰ ਜਿਤਾਉਣ ਦੇ ਵਿੱਚ ਵਿਦੇਸ਼ੀਆਂ ਦਾ, NRI ਦਾ ਬਹੁਤ ਵੱਡਾ ਹੱਥ ਸੀ। ਪੈਸਾ ਵੀ ਦਿੱਤਾ ਇਹਨਾਂ ਨੇ ਔਰ ਮੋਰਲ ਸਪੋਰਟ ਵੀ ਕੀਤੀ। ਤੇ ਜਿਹੜਾ ਹੁਣੇ ਤੁਸੀਂ ਗੱਲ ਕੀਤੀ, ਇਦਾਂ ਦਾ ਨੈਰੇਟਿਵ ਵੀ ਸੈੱਟ ਕਰਤਾ ਸੀ, ਸਾਰੀਆਂ ਪਾਰਟੀਆਂ ਦੇਖਣੀਆਂ ਤੇ ਆਮ ਆਦਮੀ ਜਿਤਾਉਣੀ। ਪਰ ਹੁਣ ਜਲੰਧਰ ਦੀ ਇਸੇ ਬਾਈ ਇਲੈਕਸ਼ਨ ਦੀ ਗੱਲ ਕਰੀਏ, ਤੁਹਾਡੇ ਜਿਹੜੇ ਉਮੀਦਵਾਰ ਨੇ ਇਸ ਵਕਤ ਅਟਵਾਲ ਸਾਹਿਬ, ਉਹਨਾਂ ਦਾ ਪਰਸਨਲ ਇਫੈਕਟ ਕਿੰਨਾ ਹੈ ਇਸ ਕੰਸਟੀਚੁਐਂਸੀ ਦੇ ਵਿੱਚ? ਦੇਖੋ, ਸਾਡੇ ਜਿਹੜੇ ਸਤਿਕਾਰਯੋਗ ਅਟਵਾਲ ਸਾਹਿਬ ਆ, ਉਹਨਾਂ ਦੇ ਫਾਦਰ ਸਾਹਿਬ ਚਰਨਜੀਤ ਸਿੰਘ ਅਟਵਾਲ, ਆਪ ਸਭ ਨੂੰ ਪਤਾ ਹੀ ਹੈ ਕਿ ਉਹ ਬੜਾ
ਜਾਣਿਆ ਪਹਿਚਾਣਿਆ ਚਿਹਰਾ ਜੀ। ਅਟਵਾਲ ਸਾਹਿਬ ਸਪੀਕਰ ਰਹੇ ਆ। ਸੋ ਉਹ ਇਹ ਜਿਹੜੇ ਉਹਨਾਂ ਦੇ ਬੇਟੇ ਆ ਬੜੇ ਸਿੰਸੀਅਰ ਨੇ ਜੀ, ਔਰ ਬੜੀ ਉੱਚੀ ਸੋਚ ਰੱਖ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸੋਚ ਨੂੰ ਘਰ ਘਰ ਪਹੁੰਚਾਉਣ ਦੇ ਲਈ ਇਹਨਾਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ। ਔਰ ਇੰਨੀ ਵਧੀਆ ਸੋਚ ਹੈ ਜੀ ਕਿ ਪੰਜਾਬ ਦਾ ਉਹਨਾਂ ਦੇ ਅੰਦਰ ਪੂਰਾ ਦਰਦ ਹੈ ਜੀ। ਮੈਂ ਉਹਨਾਂ ਨੂੰ ਅਜੇ ਹੁਣੇ ਹੀ ਉਹਨਾਂ ਦਾ ਨਾਮ ਅਨਾਉਂਸ ਹੋਇਆ ਪਿਛਲੇ ਦਿਨਾਂ 'ਚ ਹੀ, ਤੇ 2-4 ਮਤਲਬ ਮੀਟਿੰਗਸ ਅਸੀਂ ਇਕੱਠਿਆਂ ਨੇ ਕੀਤੀਆਂ। ਜਦੋਂ ਬੋਲਦੇ ਤਾਂ ਉਤੋਂ ਨਜ਼ਰ ਆਉਂਦਾ ਕਿ ਉਹਨਾਂ ਨੂੰ ਪੰਜਾਬ ਦਾ ਪੂਰਾ ਦਰਦ ਹੈ, ਔਰ ਉਹ ਜਿਹੜੇ ਲੋਕਾਂ ਦਾ ਦਰਦ ਹੈ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਜਿਹੜੇ ਲੋਕਾਂ ਦਾ ਦਰਦ ਦੂਰ ਕਰ ਸਕਦੇ ਆ। ਬਾਕੀ ਮੈਂ ਤੁਹਾਡੇ ਨਾਲ ਹੀ ਜਿਹੜੀ ਪਹਿਲੀ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ, ਉਹਦੇ ਵਿੱਚ ਚੀਮਾ ਸਾਹਿਬ ਇਸ ਤਰ੍ਹਾਂ ਹੈ ਕਿ ਜਦੋਂ ਕੋਈ ਬੰਦਾ ਝੂਠ ਬੋਲਦਾ ਕਈ ਵਾਰੀ ਲੋਕ ਉਹਦੇ ਮਗਰ ਲੱਗ ਜਾਂਦੇ ਆ ਜੀ। ਆਮ ਆਦਮੀ ਪਾਰਟੀ ਝੂਠ ਬੋਲ ਕੇ ਜਿਹੜੀ ਆ ਸੱਤਾ ਦੇ ਵਿੱਚ ਆਈ ਆ, ਲੋਕਾਂ ਦੇ ਨਾਲ ਦੇਖੋ ਧੋਖਾ ਕਰਕੇ ਕਿਸੇ ਤਰੀਕੇ ਦੇ ਨਾਲ ਸੱਤਾ ਚਾਉਣਾ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ। ਬਈ ਤੁਹਾਨੂੰ 1000 ਰੁਪਈਆ ਦੇਵਾਂਗੇ ਜੀ, ਆਹ ਕਰਾਂਗੇ ਉਹ ਕਰਾਂਗੇ, ਮਤਲਬ ਵੱਡੇ ਵੱਡੇ ਜਿਹੜੇ ਧੋਖੇ ਅੱਜ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਇੱਥੇ ਜੀ। ਤੁਸੀਂ ਪੰਜਾਬ ਬਾਰੇ ਵੱਧ ਜਾਣਦੇ ਹੋ, ਰੋਜ਼ ਲੋਕਾਂ ਦੇ ਨਾਲ ਰਾਜਨੀਤਿਕ ਲੋਕਾਂ ਦੇ ਨਾਲ ਤੁਸੀਂ ਗੱਲਬਾਤ ਕਰਦੇ ਹੋ। ਕਿਸਾਨਾਂ ਦੀਆਂ ਫਸਲਾਂ ਦਾ ਤੁਸੀਂ ਦੇਖ ਲਓ ਅੱਜ ਕੀ ਹਾਲ ਆ। ਉਹਨਾਂ ਨੂੰ ਵੀ ਵੱਡੇ ਲੈਵਲ ਤੇ ਜਿਹੜੀ ਇਹ ਆਮ ਆਦਮੀ ਪਾਰਟੀ ਆ ਉਹ ਬੇਵਕੂਫ ਬਣਾ ਰਹੀ ਆ। ਔਰ ਪਟਵਾਰੀਆਂ ਨੂੰ ਇਹਨਾਂ ਨੇ ਇਹ ਗੱਲ ਕਹੀ ਹੋਈ ਆ ਕਿ ਕਿਸੇ ਵੀ ਇਹਦਾ ਜਿਹੜਾ ਹੈ ਇਹਦਾ ਐਸਟੀਮੇਟ ਆ ਇਹ ਤਕਰੀਬਨ 100% ਕਿਸੇ ਨੂੰ ਨਹੀਂ ਦੇਣਾ, 10 ਤੋਂ 15% ਰੱਖਣਾ ਜੀ। ਤੇ 10 ਤੋਂ 15% ਦੇ ਨਾਲ ਤੁਸੀਂ ਦੱਸੋ ਕਿਸਾਨਾਂ ਨੂੰ ਵਿਚਾਰਿਆਂ ਨੂੰ ਕੀ ਜਾਏਗਾ। ਦੇਖੋ ਅਸੀਂ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਇੰਨਾ ਵੱਡਾ ਮਾਣ ਬਖਸ਼ਿਆ, ਇਹਨਾਂ ਦੇ 92 MLA ਆ ਜੀ ਇਤਿਹਾਸ ਵਿੱਚ, ਮੇਰੇ ਖਿਆਲ ਦੇ ਨਾਲ ਇਹ ਪਹਿਲੀ ਵਾਰੀ ਹੋਇਆ। ਔਰ ਉਹਨਾਂ ਲੋਕਾਂ ਦੇ ਨਾਲ, ਦੇਵਤੇ ਲੋਕਾਂ ਦੇ ਨਾਲ ਇੰਨਾ ਵੱਡਾ ਮਤਲਬ ਝੂਠ ਫਰੇਬ ਅੱਜ ਵੀ ਦੇਖੋ ਤੁਸੀਂ ਉਹ ਆਪਣੀ ਮਤਲਬ ਐਸ਼ੋ ਆਰਾਮ ਕਰਦੇ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਜੀ ਪੰਜਾਬ ਦੇ ਨਾਲ। ਔਰ ਮੈਂ ਤਾਂ ਆਪ ਜੀ ਨੂੰ ਇਹੀ ਕਹਿਣਾ ਚਾਹੁੰਦਾ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਕਿ ਜੇਕਰ ਦੇਸ਼ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਹੈ। ਦੇਖੋ ਜਿਹੜੀ ਤੁਸੀਂ ਅੱਜ ਅਟਵਾਲ ਸਾਹਿਬ ਦੀ ਗੱਲ ਕਰਦੇ ਹੋ, ਜੇ ਮੰਨ ਕੇ ਚੱਲਦੇ ਆ ਕਿ ਇਸ ਸੀਟ ਦੇ ਨਾਲ ਆਪ ਜੀ ਨੂੰ ਵੀ ਪਤਾ ਕਿ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ, ਨਾ ਤਾਂ ਇਹ ਸੀਟ ਜਿੱਤਣ ਦੇ ਨਾਲ ਕੋਈ ਆਪਣੀ ਸਰਕਾਰ ਬਣਨੀ ਹੈ। ਜੇ ਅਸੀਂ ਨਹੀਂ ਜਿੱਤਦੇ ਤਾਂ ਸਾਡੀ ਸਰਕਾਰ ਡਿੱਗਣ ਨਹੀਂ ਲੱਗੀ। ਪਰ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ, ਜੇ ਤੁਸੀਂ ਜਲੰਧਰ ਨੂੰ ਵਾਕਈ ਖੂਬਸੂਰਤ ਦੇਖਣਾ ਚਾਹੁੰਦੇ ਆ, ਸੜਕਾਂ ਟੁੱਟੀਆਂ ਆ, ਬੁਰਾ ਹਾਲ ਹੈ, ਥੈਂ ਥੈਂ ਕੂੜੇ ਦੇ ਢੇਰ ਨੇ, ਜਿਹੜੇ 92 MLA ਬਣੇ ਉਹ ਤਾਂ ਲੱਭਦੇ ਹੀ ਨਹੀਂ ਜੀ। ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪੰਜਾਬ ਦੀ ਜਿਹੜੀ ਬਾਗਡੋਰ ਉਹ ਸੰਭਾਲ ਦਿਓ, ਪੰਜਾਬ ਮੁੜ ਸੋਨੇ ਦੀ ਚਿੜੀ ਬਣ ਜਾਏਗਾ। ਇਹ ਮੇਰਾ ਵਿਸ਼ਵਾਸ ਹੈ ਜੀ, ਇਹ ਲੋਕਾਂ ਦਾ ਵਿਸ਼ਵਾਸ ਹੈ। ਅਸੀਂ ਪਿੰਡਾਂ 'ਚ ਜਾ ਕੇ ਦੇਖ ਰਹੇ ਹਾਂ, ਲੋਕ ਤਰਾਹ ਕਰ ਰਹੇ ਆ। ਬਾਕੀ ਇਹ ਲੋਕਾਂ ਨੂੰ ਸਮਝ ਆ ਗਈ ਜੀ। ਬਸ ਹੁਣ ਆਮ ਆਦਮੀ ਪਾਰਟੀ ਵੀ ਉਹਨਾਂ ਨੇ ਦੇਖ ਲਈ, ਕਾਂਗਰਸ ਵੀ ਦੇਖ ਲਈ, ਅਕਾਲੀ ਵੀ ਦੇਖ ਲਈ। ਬਸ ਉਹਨਾਂ ਨੂੰ ਹੁਣ ਇੱਕੋ ਹੀ ਚਿਹਰਾ ਦਿਖਦਾ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੇ ਕੁਛ ਕਰ ਸਕਦੇ ਤਾਂ ਉਹੀ ਸਾਡਾ ਭਲਾ ਕਰ ਸਕਦੇ ਆ। ਅਸੀਂ ਪਿੰਡਾਂ 'ਚ ਜਾਂਦੇ ਹਾਂ ਜੀ, ਬੜਾ ਉਤਸ਼ਾਹ ਹੈ ਲੋਕਾਂ ਦਾ। ਸਾਡੀਆਂ ਤੁਸੀਂ ਮੇਰੀ ਫੇਸਬੁੱਕ ਤੇ ਜਾ ਕੇ ਦੇਖੋ, ਮਤਲਬ ਕਾਫੀ ਵੱਡੀਆਂ ਮੀਟਿੰਗਾਂ ਹੁੰਦੀਆਂ, ਪੂਰਾ ਮਾਣ ਤਾਣ ਕਰਦੇ ਆ ਜੀ। ਤੁਹਾਡੇ ਇੱਕ ਜਿਹੜਾ ਪੇਂਡੂ ਹਲਕਾ, ਚਲੋ ਉਹਨੂੰ ਪੇਂਡੂ ਹਲਕਾ ਵੀ ਕਹਿ ਸਕਦੇ ਹਾਂ, ਜਾਂ ਨਾਲ ਉਹਦੇ ਕਸਬੇ ਵੀ ਨੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਵੋਟਸ ਹੋਣਗੀਆਂ, ਜਿੱਦਾਂ ਇੱਕ ਭੋਗਪੁਰ ਦੀ ਗੱਲ ਕਰਾਂ ਜਾਂ ਦੂਸਰੇ ਪਾਸੇ ਨਕੋਦਰ ਦੀ ਗੱਲ ਕਰਾਂ, ਗੁਰਾਇਆਂ ਦੀ ਗੱਲ ਕੀਤੀ ਜਾਵੇ, ਫਲੌਰ ਦੀ ਗੱਲ ਕੀਤੀ ਜਾਵੇ, ਸ਼ਾਹਕੋਟ ਮਲਸੀਆਂ ਦੀ ਗੱਲ ਕੀਤੀ ਜਾਵੇ, ਇਹਨਾਂ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਦਾਂ ਤੁਸੀਂ ਦੱਸਿਆ ਕਾਫੀ ਲੀਡਰ ਅੱਗੇ ਗਏ ਨੇ, ਨਿਕਲੇ ਨੇ। ਅੱਜ ਕੱਲ੍ਹ ਇਹ ਖਬਰ ਇੱਕ ਨੈਸ਼ਨਲ ਲੈਵਲ ਦੀ ਹੈ, ਮੈਂ ਤਾਂ ਇਹ ਰਿਲੇਟ ਕਰ ਰਿਹਾ ਕਾਸਟ। ਰਾਹੁਲ ਗਾਂਧੀ ਹੋਰੀ ਇਹ ਪ੍ਰਚਾਰ ਕਰ ਰਹੇ ਨੇ ਕਿ ਜਿਹੜੀ ਜਨਗਣਨਾ ਹੈ, ਸੈਂਸਸ ਹੈ, ਇਹ ਕਾਸਟ ਬੇਸ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਇਹਦਾ ਵਿਰੋਧ ਕਰਦੀ ਹੈ। ਭਾਰਤ ਸਰਕਾਰ ਕਹਿੰਦੀ ਇਹਦੇ ਨਾਲ ਜਾਤ ਪਾਤ ਦਾ ਇਹ ਕੋਡ ਜਿਹੜਾ ਵਧੇਗਾ ਘਟੇਗਾ ਨਹੀਂ। ਪਰ ਇਹ ਜਲੰਧਰ ਕੰਸਟੀਚੁਐਂਸੀ ਦੀ ਜਦੋਂ ਵੀ ਕੋਈ ਗੱਲਬਾਤ ਕਰਦਾ ਹੈ, ਚਾਹੇ ਰਿਜ਼ਰਵ ਕੰਸਟੀਚੁਐਂਸੀ, ਲੇਕਿਨ ਹਰ ਚੈਨਲ ਤੇ ਜਾਤ ਪਾਤ ਦੀ ਗੱਲ ਹੋਣ ਲੱਗ ਪੈਂਦੀ, ਕਿਉਂ ਜੀ? ਸਰ ਦੇਖੋ, ਜਿਹੜੀਆਂ ਮੈਂ ਇਹ ਮੰਨਦਾ ਕਿ ਜਿਹੜੇ ਰਾਹੁਲ ਗਾਂਧੀ ਜੀ ਵੀ ਆ ਨਾ, ਉਹ ਵੀ ਬਾਹਰਲੀਆਂ ਜਿਹੜੀਆਂ ਤਾਕਤਾਂ ਆ ਉਹਨਾਂ ਨੂੰ ਪੂਰੀ ਸਪੋਰਟ ਕਰ ਰਹੇ ਆ ਜੀ। ਮੈਂ ਨਹੀਂ ਮੰਨਦਾ ਕਿ ਜਿਹੜੇ ਰਾਹੁਲ ਗਾਂਧੀ ਜੀ ਆ, ਅੱਜ ਤੱਕ ਮੈਂ ਉਹਨਾਂ ਦਾ ਕੋਈ ਵਿਚਾਰ ਹੀ ਨਹੀਂ ਸੁਣਿਆ ਜਿਹੜਾ ਦੇਸ਼ ਹਿੱਤ ਦੇ ਵਿੱਚ ਹੋਵੇ। ਰਾਹੁਲ ਗਾਂਧੀ ਜੀ ਜਦੋਂ ਵੀ ਗੱਲ ਕਰਨਗੇ ਉਹਨਾਂ ਨੂੰ ਇਦਾਂ ਲੱਗਦਾ ਕਿ ਮੈਂ ਪ੍ਰਧਾਨ ਮੰਤਰੀ ਜੀ ਦੇ ਖਿਲਾਫ ਗੱਲ ਕਰ ਦਿੱਤੀ, ਬਸ
ਪਰ ਉਹਦਾ ਜਦੋਂ ਆਪਾਂ ਅਰਥ ਕੱਢਦੇ ਆ ਉਹ ਦੇਸ਼ ਦੇ ਖਿਲਾਫ ਹੁੰਦੀ ਹੈ ਪੂਰੀ ਗੱਲ। ਜਦੋਂ ਵੀ ਤੁਸੀਂ ਦੇਖੋ, ਕੋਈ ਵੀ ਤੁਸੀਂ ਉਹਨਾਂ ਦੀ ਪਿਛਲੀ ਕੋਈ ਵਾਈਟ ਚੁੱਕ ਲਓ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਦੇਖ ਲਓ, ਉਹ ਦੇਸ਼ ਦੇ ਖਿਲਾਫ ਰਹੇ ਆ। ਔਰ ਮੈਂ ਤਾਂ ਇੰਨਾ ਵੀ ਕਹਿਣਾ ਚਾਹੁੰਦਾ, ਪਿੱਛੇ ਜੇ ਮੈਂ ਪੜ੍ਹਿਆ ਸੀ ਕਿ ਉਹਨਾਂ ਦਾ ਜਿਹੜਾ DNA ਆ ਉਹ ਭਾਰਤ ਦਾ ਹੈ ਹੀ ਨਹੀਂ ਜੀ, ਉਹ ਵੀ ਬਾਹਰੋਂ ਪਾਇਆ ਗਿਆ। ਇਸ ਕਰਕੇ ਉਹ ਭਾਰਤ ਦੇ ਹਿੱਤ 'ਚ ਤਾਂ ਕਦੀ ਬੋਲ ਹੀ ਨਹੀਂ ਸਕਦੇ ਜੀ ਰਾਹੁਲ ਗਾਂਧੀ ਜੀ। ਤੇ ਮੈਂ ਨਹੀਂ ਮੰਨਦਾ ਕਿ ਉਹਨਾਂ ਦੀ ਜਿਹੜੀ ਭਾਰਤ ਮਾਤਾ ਜੀ ਦੇ ਲਈ ਜਾਂ ਭਾਰਤ ਦੇ ਲਈ ਕੋਈ ਇੱਕ ਸੋਚ ਆ। ਉਹ ਇੱਕ ਪਰਿਵਾਰਵਾਦੀ ਪਾਰਟੀ ਹੈ ਜੀ। ਉਹਨਾਂ ਨੂੰ ਲੱਗਦਾ ਕਿ ਪਹਿਲਾਂ ਸਾਡੇ ਜਿਹੜੀਆਂ ਪੁਸਤਾਂ ਤੋਂ ਸਾਡੇ ਕੋਲ ਹੀ ਜਿਹੜਾ ਦੇਸ਼ ਸੀਗਾ ਇਹ ਸਾਡੇ ਕੋਲ ਹੀ ਰਹਿਣਾ, ਪਰ ਜਦੋਂ ਕਿਸੇ ਨੂੰ ਮਾਣ ਹੰਕਾਰ ਹੋ ਜਾਂਦਾ ਉਦੋਂ ਫਿਰ ਇੱਕ ਕੁਦਰਤ ਆ ਜਿਹੜੀ ਪ੍ਰਮਾਤਮਾ ਹੈ ਜੀ, ਉਹ ਫਿਰ ਵਿੱਚ ਜਦੋਂ ਇਨਵੋਲਵਮੈਂਟ ਹੁੰਦੀ ਆ, ਉਹ ਜਿਹੜਾ ਹੰਕਾਰ ਜਿਹੜਾ ਮਾਣ ਆ ਉਹ ਟੁੱਟ ਜਾਂਦਾ। ਤੁਸੀਂ ਦੇਖੋ 65 ਸਾਲ ਇਹਨਾਂ ਨੇ ਰਾਜ ਕੀਤਾ ਔਰ ਇਹ ਕਹਿੰਦੇ ਸੀ ਕਿ ਅਸੀਂ ਤੁਰੇ ਜਾਂਦੇ ਬੰਦੇ ਨੂੰ ਵੀ ਫੜ ਕੇ ਖੜਾ ਕਰ ਦਈਏ ਤਾਂ ਸਾਡਾ ਉਹੀ MP ਬਣੇਗਾ, ਉਹੀ MLA ਬਣੇਗਾ। ਅੱਜ ਤੁਸੀਂ ਦੇਖੋ ਜੀ ਬਈ ਪੂਰੇ ਦੇਸ਼ ਦੇ ਵਿੱਚ ਜਿਹੜੀ ਕਾਂਗਰਸ ਆ ਉਹ ਕਿੱਥੇ ਖੜੀ ਹੈ। ਤੁਸੀਂ ਸੁਣਦੇ ਰੇਡੀਓ ਇੰਡੀਆ AM 1110। ਸਾਡੇ ਨਾਲ ਨੇ ਰਣਜੀਤ ਪਵਾਰ, ਇਹ ਪ੍ਰਧਾਨ ਨੇ ਜੀ ਭਾਰਤੀ ਜਨਤਾ ਪਾਰਟੀ ਦੇ ਜਲੰਧਰ ਜ਼ਿਲ੍ਹੇ ਦੇ ਪੇਂਡੂ ਹਲਕਿਆਂ ਸਾਰਿਆਂ ਨੂੰ ਦੇਖਦੇ ਨੇ। ਉਹ ਪਿੰਡ ਪਾਰਟੀ ਦਾ ਪ੍ਰਚਾਰ ਹੋ ਰਿਹਾ। ਬਾਈ ਇਲੈਕਸ਼ਨ 10 ਮਈ ਨੂੰ ਹੋਣ ਜਾ ਰਹੀ ਹੈ। ਦੇਖਦੇ ਹਾਂ ਜੀ ਕਿ ਕਿਹੜੀ ਪਾਰਟੀ ਅੱਗੇ ਜਾਏਗੀ। ਮੈਂ ਕੱਲ ਇੱਕ ਯੂਥ ਕਾਂਗਰਸ ਦੇ ਲੀਡਰ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਣੀ ਪਾਰਟੀ ਨੂੰ ਉਹਨਾਂ ਨੇ ਅੱਗੇ ਰੱਖਣਾ ਸੀ। ਆਮ ਆਦਮੀ ਪਾਰਟੀ ਬਾਰੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਇਸ ਸਾਰੇ ਕਾਂਡ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰ ਰਹੇ, ਕਿਉਂਕਿ ਜਿਹੜੀ ਫੜੋਫੜੀ ਹੋਈ ਹੈ ਉਹਦਾ ਵੀ ਵਿਰੋਧ ਲੋਕਾਂ ਨੇ ਕੀਤਾ, ਪਿੰਡਾਂ 'ਚ ਵਿਰੋਧ ਕੀਤਾ ਹੈ। ਤੁਸੀਂ ਪਿੰਡਾਂ 'ਚ ਵਿਚਰ ਰਹੇ ਹੋ, ਆਮ ਆਦਮੀ ਪਾਰਟੀ ਦਾ ਇਸ ਪ੍ਰਕਰਨ ਨਾਲ ਕੀ ਉਹਨੂੰ ਕੁਝ ਗੇਨ ਹੋਇਆ ਜਾਂ ਲਾਸ ਹੋਇਆ ਤੁਹਾਡੇ ਮੁਤਾਬਕ? ਅਮਰਤਪਾਲ ਜੀ ਦੀ ਗੱਲ ਨੂੰ ਲੈ ਕੇ ਜੀ? ਹਾਂਜੀ, ਇਹ ਸਾਰੇ ਇਨਸੀਡੈਂਟ ਨੂੰ ਜੋ ਸਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਕੁਝ ਵੀ ਹੋਇਆ, ਇਸ ਇਨਸੀਡੈਂਟ ਕਿਉਂਕਿ ਜਲੰਧਰ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਹੀ ਭੱਜ ਦੌੜ ਹੋਈ ਹੈ ਤੇ ਇਹਦਾ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਹੱਕ 'ਚ ਚੱਲ ਰਿਹਾ ਜਾਂ ਇਹਦਾ ਵਿਰੋਧ ਚੱਲ ਰਿਹਾ? ਆਮ ਲੋਕਾਂ ਦਾ ਕੀ ਮੰਨਣਾ ਹੈ? ਤੁਸੀਂ ਆਮ ਲੋਕਾਂ 'ਚ ਵਿਚਰਦੇ ਹੋ ਨਾ, ਇਹ ਗੱਲਾਂ ਤਾਂ ਚੱਲਦੀਆਂ ਨੇ ਨਾ। ਦੇਖੋ ਜਿਹੜੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਇਹਨਾਂ ਦੇ ਮੋਢੀ ਨੇ ਆਮ ਆਦਮੀ ਪਾਰਟੀ ਦੇ, ਔਰ ਉਹਨਾਂ ਦੇ ਨਾਲ ਹੁਣ ਭਗਵੰਤ ਮਾਨ ਜੀ ਉਹਨਾਂ ਨੂੰ CM ਬਣਾਤਾ। ਉਹ ਵੀ ਜੋ ਉਹ ਕਹਿਣਗੇ ਉਸ ਤਰ੍ਹਾਂ ਹੀ ਚੱਲਣਗੇ। ਇਹਨਾਂ ਦੀ ਸਾਰਿਆਂ ਦੀ ਸੋਚ ਹੁਣ ਇਕੱਠੀ ਹੈ ਜੀ। ਇਹ ਪੰਜਾਬ ਦੇ ਵਿੱਚ ਮਤਲਬ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਇਹਨਾਂ ਨੇ ਅਪਣਾ ਲਈ ਹੈ ਔਰ ਇਹਦਾ ਜਿਹੜਾ ਘਰ ਘਰ ਵਿਰੋਧ ਹੋ ਰਿਹਾ ਜੀ ਇਹਨਾਂ ਦੇ ਸਾਰਾ ਹੀ ਛੜਯੰਤਰ ਇਹਨਾਂ ਦਾ ਆਪਣਾ ਹੀ ਹੈ ਜੀ। ਇਹ ਪਹਿਲਾਂ ਅਗਲੇ ਨੂੰ ਖੁੱਲ੍ਹ ਦਿੰਦੇ ਆ, ਬਾਅਦ ਵਿੱਚ ਉਹਨੂੰ ਦੂਸਰੇ ਤਰ੍ਹਾਂ। ਮਤਲਬ ਇਹਨਾਂ ਨੇ ਦੇਖੋ, ਤੁਸੀਂ ਕਦੀ ਸੋਚਿਆ ਸੀ ਕਿ ਮਤਲਬ ਇੱਕ ਥਾਣਿਆਂ ਦਾ ਵੀ ਥਾਣਿਆਂ ਨੂੰ ਵੀ ਇਹ ਆਪਣੇ ਅੰਡਰ ਲੈ ਲੈਣਗੇ? ਇਹ ਆਪਣੇ ਮਤਲਬ ਇੱਕ ਪੁਲਿਸ ਕੋਲ ਵੀ SSP ਕੋਲ ਵੀ ਮੇਰੇ ਖਿਆਲ ਦੇ ਨਾਲ ਜੇ ਆਪਾਂ ਕਿਸੇ DGP ਦੀ ਵੀ ਸਾਹਿਬ ਦੀ ਵੀ ਗੱਲ ਕਰੀਏ ਤਾਂ ਇਹਨਾਂ ਦਾ ਇੱਕ MLA ਵੀ ਕੋਈ ਪੁਲਿਸ ਨੂੰ ਰਿਸਪੈਕਟ ਨਹੀਂ ਦੇ ਰਿਹਾ। ਮਤਲਬ ਅੱਜ ਆਪਾਂ ਗੱਲ ਕਰੀਏ ਪਾਵਰ ਨਹੀਂ ਜੀ, ਜੇ ਅਸੀਂ ਉਹ ਦੇਖਿਆ ਜਾਂ ਜਨਾਹ ਕਾਂਡ ਤੁਹਾਡੇ ਧਿਆਨ ਹੋਏਗਾ ਇਹਨਾਂ ਨੇ ਉੱਥੇ ਕੀ ਕੀਤਾ, ਮਤਲਬ ਕਿੰਨਾ ਕੁਛ ਹੋਇਆ ਜੀ। ਇਹ ਸਾਰੀ ਵੈਸੇ ਮੈਂ ਤਾਂ ਇਹ ਮਿਲੀ ਭੁਗਤੀ ਜਿਹੜੀ ਆਮ ਆਦਮੀ ਪਾਰਟੀ ਦੀ ਸੀ, ਇਹ ਪਹਿਲਾਂ ਅਗਲੇ ਨੂੰ ਹੀਰੋ ਬਣਾਉਂਦੇ ਆ, ਬਾਅਦ ਵਿੱਚ ਫਿਰ ਉਹਨੂੰ ਦੂਜੇ ਪਾਸੇ ਨੂੰ ਲੈਂਦੇ ਆ, ਬਾਅਦ ਵਿੱਚ ਜਦੋਂ ਇਹਨਾਂ ਦਾ ਕੋਈ ਮਤਲਬ ਹੱਥ ਪੱਲਾ ਨਹੀਂ ਲੱਗਦਾ ਤਾਂ ਇਹ ਸਾਰੀ ਗੱਲ ਜਿਹੜੀ ਆ ਉਹ ਸੈਂਟਰ ਛੋੜ ਦਿੰਦੇ। ਦੇਖੋ ਸੈਂਟਰ ਦੀ ਆ, ਉਹ ਪੂਰੇ ਦੇਸ਼ ਦੀ ਆ, ਪੂਰੇ ਦੇਸ਼ ਦਾ ਉਹਨਾਂ ਨੇ ਖਿਆਲ ਰੱਖਣਾ। ਜਿੱਥੇ ਕੋਈ ਸੰਵਿਧਾਨ ਦੇ ਉਲਟ ਚੱਲੇਗਾ ਉੱਥੇ ਉਹਨਾਂ ਦਾ ਆਪਣੇ ਆਪ ਐਕਸ਼ਨ ਹੋ ਜਾਏਗਾ। ਪਰ ਇੱਥੋਂ ਆਮ ਆਦਮੀ ਪਾਰਟੀ ਦਾ ਬਹੁਤ ਜ਼ਬਰਦਸਤ ਵਿਰੋਧ ਹੋ ਰਿਹਾ ਜੀ ਘਰ ਘਰ ਵਿੱਚ। ਤੁਸੀਂ ਜਿਹੜੀ ਜਿਮਨੀ ਚੋਣ ਇਹਦੇ ਵਿੱਚ ਲੋਕ ਇਹਨਾਂ ਨੂੰ ਦੱਸ ਦੇਣਗੇ ਕਿ ਕਿੰਨੀ ਨਫ਼ਰਤ ਹੈ ਇਹਨਾਂ ਦੇ ਲਈ ਲੋਕਾਂ ਦੇ ਦਿਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ। ਕਾਂਗਰਸ ਨੂੰ ਤਾਂ ਮੈਂ ਕਿਸੇ ਦੌੜ 'ਚ ਨਹੀਂ ਮੰਨਦਾ। ਮੈਂ ਆਮ ਆਦਮੀ ਪਾਰਟੀ ਦਾ ਲੋਕਾਂ ਦੇ ਦਿਮਾਗ 'ਚ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਜਿਮਨੀ ਚੋਣ 'ਚ ਹੈਵੀ ਹੋ ਜਾਏਗੀ। ਇੱਦਾਂ ਦੀ ਕੁਛ ਨਹੀਂ, ਲੋਕ ਬਹੁਤ ਵਿਰੋਧ ਕਰ ਰਹੇ ਆ ਜੀ। ਪਿੰਡਾਂ 'ਚ ਤੁਸੀਂ ਆਪਣੇ ਲੈਵਲ ਤੇ ਵੀ ਕਿਸੇ ਨੂੰ ਪੁੱਛੋ, ਪਿੰਡਾਂ 'ਚ ਲੋਕ ਇਹਨਾਂ ਦਾ ਨਾਮ ਲੈ ਕੇ ਨਹੀਂ ਖੁਸ਼ ਹੈਗੇ। ਲਾਸਟ ਸਵਾਲ ਹੈ ਜੀ, ਭਾਰਤੀ ਜਨਤਾ ਪਾਰਟੀ ਨੂੰ ਖਾਸ ਕਰ ਵਿਦੇਸ਼ਾਂ ਦੇ ਵਿੱਚ ਵੀ ਕੁਝ ਭਾਰਤ ਦੇ ਮੀਡੀਆ ਆਊਟਲੈਟ ਵੀ, ਜਿਹੜੇ ਛੋਟੇ ਮੀਡੀਆ ਵਾਲੇ, ਵੱਡੇ ਮੀਡੀਆ ਵਾਲੇ ਦੀ ਗੱਲ ਨਹੀਂ ਕਰਦਾ, ਉਹ ਭਾਰਤੀ ਜਨਤਾ ਪਾਰਟੀ ਨੂੰ ਹਿੰਦੂਵਾਦੀ ਪਾਰਟੀ ਕਰਾਰ ਦਿੰਦੇ ਨੇ ਤੇ ਬਹੁਤ ਸਾਰੇ ਸਿੱਖ ਚਿਹਰੇ ਵੀ ਤੁਸੀਂ ਪਾਰਟੀ ਦੇ ਵਿੱਚ ਰੀਸੈਂਟਲੀ ਇੰਟਰੋਡਿਊਸ ਕੀਤੇ ਨੇ।
ਹੁਣ ਵੀ ਇੱਥੋਂ ਤਾਂ ਤੁਹਾਡਾ ਉਮੀਦਵਾਰ ਵੀ ਸਿੱਖ ਹੈ, ਬਾਕੀ ਇੱਕ ਦੂਸਰੀ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿੱਖ ਹੋਣਗੇ। ਬਾਕੀ ਪਾਰਟੀਆਂ ਨੂੰ ਕੀ ਸਿੱਖ ਚਿਹਰਾ ਲੱਭਿਆ ਨਹੀਂ ਇੱਥੇ ਜੀ, ਜਾਂ ਤੁਹਾਡੀ ਪਾਰਟੀ ਨੇ ਸਿੱਖ ਚਿਹਰੇ ਆਉਣ ਵਾਲੀ ਇਲੈਕਸ਼ਨ 'ਚ? ਇੱਕ ਹੋਰ ਸਵਾਲ ਨਾਲ ਹੀ ਐਡ ਹੈ, 2024 ਮੈਂ ਵੀ ਜੀ 2024 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ 'ਚ ਵੀ ਸਿੱਖ ਚਿਹਰੇ ਮੂਹਰੇ ਲਿਆਂਦੇ ਜਾਣਗੇ? ਇਹ ਦੋਨੋਂ ਸਵਾਲ ਜੁੜੇ ਨੇ। ਹਾਂਜੀ ਸਰ, ਦੇਖੋ ਮੇਰੀ ਬੇਨਤੀ ਸੁਣੋ। ਜਿਹੜੀ ਭਾਰਤੀ ਜਨਤਾ ਪਾਰਟੀ ਆ ਇੱਕੋ ਇੱਕ ਪਾਰਟੀ ਆ ਜਿਹੜੀ ਦੇਸ਼ ਹਿੱਤ 'ਚ ਕੰਮ ਕਰ ਰਹੀ ਆ ਔਰ ਕਾਸਟਿਜ਼ਮ ਤੋਂ ਉੱਪਰ ਉੱਠ ਕੇ ਕੰਮ ਕਰ ਰਹੀ ਆ। ਅੱਛਾ, ਜੇ ਆਪਾਂ ਕਾਸਟ ਦੀ ਗੱਲ ਕਰੀਏ ਜਾਂ ਸਿੱਖ ਚਿਹਰੇ ਦੀ ਗੱਲ ਕਰੀਏ, ਪਾਰਟੀ ਜਿਹੜੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਉਹ ਪੂਰੇ ਦੇਸ਼ ਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਦੇਖਦੇ ਆ। ਜਿੱਥੇ ਜਿੱਥੇ ਕਿਸੇ ਦਾ ਕੋਈ ਮਾਣ ਸਨਮਾਨ ਆ ਸਭ ਨੂੰ ਮਿਲ ਰਿਹਾ ਜੀ। ਜੇ ਆਪਾਂ ਸਿੱਖ ਕੌਮ ਦੀ ਗੱਲ ਕਰੀਏ ਤਾਂ ਆਪ ਜੀ ਨੂੰ ਲੰਬੀ ਗੱਲ ਹੋ ਜਾਏਗੀ ਕਿ ਜਿੰਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਿੱਖ ਕੌਮ ਦੇ ਲਈ ਕੰਮ ਕੀਤਾ, ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਇਸ ਤੋਂ ਪਹਿਲਾਂ। ਔਰ ਜੇ ਆਪਾਂ ਕਾਸਟ ਦੀ ਗੱਲ ਕਰੀਏ, ਮੇਰੇ ਨਾਲ ਤੁਸੀਂ ਗੱਲ ਕਰਦੇ ਹੋ ਜੀ, ਮੈਂ SC ਕਾਸਟ ਨੂੰ ਬਿਲੋਂਗ ਕਰਦਾ। ਔਰ ਜੇ ਮੈਂ ਇਹ ਕਹਿੰਦਾ ਕਿ ਇਹ ਪਾਰਟੀ ਦੇ ਵਿੱਚ ਕੋਈ ਮਨ 'ਚ ਕੋਈ ਹਿੰਦੂ ਦੀ ਆਪਾਂ ਤੁਸੀਂ ਕਹਿੰਦੇ ਬਈ ਕੱਟੜਵਾਦੀ ਪਾਰਟੀ ਆ, ਤਾਂ ਮੈਂ SC ਆ। ਮੈਨੂੰ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਬਣਾਇਆ, ਨਾ ਕਿ ਕਿਸੇ SC ਮੋਰਚੇ ਦਾ ਜੀ। ਔਰ ਇਹ ਸਾਡੇ ਮਤਲਬ ਏਰੀਏ 'ਚ ਬਹੁਤ ਵੱਡੀ ਉਦਾਹਰਣ ਆ ਕਿ ਪਾਰਟੀ ਨੇ ਮਤਲਬ ਪਾਰਟੀ ਦੇ ਵਿੱਚ ਜਿਹੜਾ ਕੰਮ ਕਰਦਾ ਉਹ ਅੱਗੇ ਆਂਦਾ। ਤੇ ਜੇ ਤੁਸੀਂ ਅਟਵਾਲ ਜੀ ਦੀ ਗੱਲ ਕਰਦੇ ਹੋ, ਅਟਵਾਲ ਜੀ ਵੀ ਇੱਕ SC ਕਾਸਟ ਤੋਂ ਨੇ। ਤੇ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਕਿ ਪਾਰਟੀ, ਦੇਖੋ ਪਾਰਟੀ ਮਾਣ ਸਤਿਕਾਰ ਸਾਰਿਆਂ ਨੂੰ ਦਿੰਦੀ ਹੈ, ਉਹਦੇ ਵਿੱਚ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਦੀ। ਔਰ ਜਿਹੜੀ ਸਿੱਖ ਕੌਮ ਆ, ਜੇ ਆਪਾਂ ਉਹਨਾਂ ਦੀ ਵੀ ਗੱਲ ਕਰੀਏ, ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਰਹੀਆਂ। ਪ੍ਰਧਾਨ ਮੰਤਰੀ ਜੀ ਬੜਾ ਮਾਣ ਸਤਿਕਾਰ ਕਰਦੇ ਕੌਮ ਦਾ, ਪਰ ਉਹਦੇ ਨਾਲ ਨਾਲ ਕਿਸੇ ਨੂੰ ਪਿੱਛੇ ਨਹੀਂ ਛੱਡਦੇ ਪ੍ਰਧਾਨ ਮੰਤਰੀ ਜੀ। ਜੇ ਆਪਾਂ ਗੱਲ ਕਰੀਏ, ਆਪਾਂ 2014 ਤੋਂ ਲੈ ਕੇ ਗੱਲ ਕਰੀਏ ਤਾਂ ਅੱਜ ਤੱਕ ਗੱਲ ਕਰੀਏ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕਾਂਗਰਸ ਨੇ ਕਿੰਨਾ ਚਿਰ ਰਹੀ ਜੀ, 65 ਸਾਲ ਕਾਂਗਰਸ ਰਹੀ, ਪਰ ਉਹਨਾਂ ਨੇ ਭਾਰਤ ਰਤਨ ਦਾ ਖਿਤਾਬ ਉਹਨਾਂ ਨੇ ਨਹੀਂ ਦਿੱਤਾ। ਜਦੋਂ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਆਈ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਭਾਰਤੀ ਜਨਤਾ ਪਾਰਟੀ ਨੇ। ਦੱਸੋ ਇਹਦੇ ਵਿੱਚ SC ਦੀ ਕਿੰਨੀ ਦੂਸਰੀ ਹੋਈ। ਜੇ ਆਪਾਂ ਸਿੱਖਾਂ ਦੀ ਗੱਲ ਕਰੀਏ, ਉਹ ਆਪ ਸਭ ਨੂੰ ਪਤਾ ਹੀ ਹੈ। ਮਤਲਬ ਹਰ ਕਿਸੇ ਨੂੰ ਨਾਲ ਲੈ ਕੇ ਤੁਸੀਂ ਦੇਖਦੇ ਆ ਕਿ ਮਤਲਬ ਦਿੱਲੀ ਪ੍ਰਧਾਨ ਮੰਤਰੀ ਜੀ ਦੇ ਨਾਲ ਹਰ ਇੱਕ ਧਰਮ ਦੇ ਜਿਹੜੇ ਲੋਕ ਆ, ਮੁਸਲਮਾਨ ਭਰਾ ਆ ਸਾਡੇ, ਹੋਰ ਵੀ ਕੋਈ ਜਿਹੜੇ ਵੀ ਹੈਗੇ, ਉਹ ਸਾਰੇ ਹੀ ਪ੍ਰਧਾਨ ਮੰਤਰੀ ਜੀ ਨੂੰ ਮਿਲਦੇ ਆ। ਔਰ ਪ੍ਰਧਾਨ ਮੰਤਰੀ ਜੀ ਸਭ ਨੂੰ ਇੱਕੋ ਜਿਹਾ ਮਾਣ ਦਿੰਦੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ। ਇਹ ਦੇਸ਼ ਸਭ ਦਾ ਹੀ ਦੇਸ਼ ਹੈ ਜੀ। ਔਰ ਪ੍ਰਧਾਨ ਮੰਤਰੀ ਜੀ ਸਾਡੇ ਦੇਸ਼ ਦੇ ਰਾਜੇ ਨੇ, ਔਰ ਰਾਜੇ ਦਾ ਫਰਜ਼ ਹੀ ਹੁੰਦਾ ਕਿ ਸਭ ਨੂੰ ਦੇਖਣਾ। ਬਹੁਤ ਬਹੁਤ ਸ਼ੁਕਰੀਆ ਜੀ। ਅੰਤ 'ਚ ਕੋਈ ਸਾਡੇ NRI ਵੀਰਾਂ ਵਾਸਤੇ ਕੋਈ ਸੰਦੇਸ਼ ਹੋਵੇ ਪਵਾਰ ਸਾਹਿਬ? ਮੈਂ ਸਰ, ਜਿਹੜੇ ਸਾਡੇ NRI ਵੀਰ ਨੇ, ਮੈਂ ਉਹਨਾਂ ਨੂੰ ਆਪ ਜੀ ਦੇ ਰੇਡੀਓ ਤੋਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ, ਪੰਜਾਬ ਦੀ ਜਿਹੜੀ ਹਾਲਤ ਆ ਉਹ ਬਹੁਤ ਤਰਸਯੋਗ ਆ। ਮੈਂ ਉਹਨਾਂ ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਇਸ ਟਾਈਮ। ਸਿੱਧੂ ਮੂਸੇਵਾਲੇ ਦਾ ਕਤਲ ਆਪ ਸਭ ਨੂੰ ਪਤਾ ਹੀ ਹੈ ਜੀ। ਆਪ ਸਭ ਨੇ ਪਿੱਛੇ ਜਿਹਾ ਸੁਣਿਆ ਕਿ ਇੱਕ ਕੋਈ ਗ੍ਰੰਥੀ ਸੀ, ਉਹਦੀ ਕੋਈ ਲੱਤੇ ਹੀ ਵੱਢ ਕੇ ਲੈ ਗਿਆ ਜੀ, ਨਾਲ ਕੋਈ ਪੁੱਛਣ ਵਾਲਾ ਨਹੀਂ ਹੈ। ਫਿਰ ਮੈਂ ਤੁਹਾਨੂੰ ਤਾਜ਼ੀ ਗੱਲ ਦੱਸਾਂ ਜੀ, ਸਾਡੇ SC ਮੋਰਚੇ ਦੇ ਜਨਰਲ ਸੈਕਟਰੀ ਗਿੱਲ ਸਾਹਿਬ, ਉਹਨਾਂ ਦੇ ਜੰਡਿਆਲਾ ਉਹਨਾਂ ਦਾ ਪਿੰਡ, ਉਹਨਾਂ ਦੇ ਗੋਲੀਆਂ ਮਤਲਬ ਉਹਨਾਂ ਦੇ ਘਰ ਤੇ ਹਮਲਾ ਹੋਇਆ। ਜਦੋਂ ਹੀ ਉਹਨਾਂ ਦੀ ਬੇਟੀ ਛੋਟੀ ਨੇ ਗੇਟ ਖੋਲ੍ਹਿਆ ਤਾਂ ਉਹਨਾਂ ਜਿਹੜਾ ਹਮਲਾਵਰ ਸੀ ਉਹਨੇ ਨਾਲ ਹੀ ਗੋਲੀ ਚਲਾ ਦਿੱਤੀ, ਤਾਂ ਉਹ ਬਚ ਗਏ। ਪਰ ਉਹਨਾਂ ਦੀ ਬਹੁਤ ਵੱਡਾ ਉਹਨਾਂ ਨੂੰ ਝਟਕਾ ਲੱਗਾ ਪਰਿਵਾਰ ਨੂੰ। ਜਿਹੜਾ ਹਮਲਾਵਰ ਆ ਉਹਨੇ ਕੋਈ ਕਸਰ ਨਹੀਂ ਛੱਡੀ। ਤੇ ਉੱਥੇ ਸਾਡੇ ਮਾਨਯੋਗ ਪ੍ਰਧਾਨ ਜੀ ਜਾ ਕੇ ਆਏ ਆ ਜੀ, ਆਪ ਜੀ ਨੇ ਦੇਖਿਆ ਹੋਏਗਾ। ਇੱਕ ਵੱਡਾ ਪੰਜਾਬ 'ਚ ਦਰਦ ਫੈਲ ਗਿਆ ਜੀ। ਕੋਈ ਵੀ ਪੰਜਾਬ ਦੀ ਪੁੱਛਣ ਵਾਲਾ ਨਹੀਂ ਹੈ। ਮੈਂ NRI ਵੀਰਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਅਕਾਲੀ ਦਲ ਨੂੰ ਦੇਖੋ ਕਿੰਨਾ ਸਮਾਂ ਦਿੱਤਾ, ਕਾਂਗਰਸ ਨੂੰ ਦੇਖੋ ਕਿੰਨਾ ਸਮਾਂ ਦਿੱਤਾ, ਆਮ ਆਦਮੀ ਪਾਰਟੀ, ਇਹਨਾਂ ਨੂੰ ਵੀ ਤੁਸੀਂ ਦੇਖ ਲਿਆ। ਪਰ ਮੇਰੀ NRI ਵੀਰਾਂ ਨੂੰ ਬੇਨਤੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਹੁਣ ਸਮਾਂ ਦਿਓ। ਪੰਜਾਬ ਦੀ ਬਾਗਡੋਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਦਿਓ। ਤੇ ਘਰ ਘਰ ਦੀ ਇਹੀ ਆਵਾਜ਼ ਹੈ ਹੁਣ
ਦਿਲ ਦੀ ਆਵਾਜ਼ ਆ ਸਾਡੇ ਕਿ ਜਿਹੜਾ ਪੰਜਾਬ ਹੈ ਉਹ ਮੁੜ ਖੁਸ਼ਹਾਲ ਹੋ ਜਾਵੇਗਾ। ਬਸ NRI ਵੀਰ ਇੱਕ ਵਾਰੀ ਥੋੜਾ ਜਿਹਾ ਧਿਆਨ ਦੇ ਕੇ ਮੌਕਾ ਦੇਣ, ਮੇਰੀ ਵੀਰਾਂ ਨੂੰ ਇਹੀ ਬੇਨਤੀ ਹੈ ਜੀ। ਸ਼ੁਕਰੀਆ ਜਨਾਬ, ਧੰਨਵਾਦ। ਥੈਂਕ ਯੂ ਸਰ, ਥੈਂਕ ਯੂ।